ਹੈ ਵੀ ਸਚ, ਨਾਨਕ ਹੋਸੀ ਵੀ ਸਚ। ਜੈਸਾ ਸਤਿਗੁਰ ਸੁਣੀਂਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੈ ਪ੍ਰਭੂ, ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ, ਕਟੈ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਪਿਆ ਸੰਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਰਹਿਮਤਾਂ ਦੇ ਸਾਗਰ, ਗੱਦੀ ਤੇ ਬਿਰਾਜਮਾਨ। ਜਾਗਦੀ ਜੋਤ, ਹਾਜ਼ਰਾ ਹਜੂਰ ਜਾਹਰਾ ਜਹੂਰ। ਸਰਬ ਕਲਾ ਭਰਪੂਰ, ਅੰਤਰਜਾਮੀ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਕਿਰਪਾ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਆ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੇ ਜਾਪ ਸਰਵਣ ਕੀਤੇ, ਜੋ ਹਰ ਰੋਜ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਥਾ ਲੜੀਵਾਰ ਸਰਵਣ ਕਰਦੇ ਹਾਂ। ਕੁਛ ਆਪਾਂ ਸ਼ਬਦ ਜਿਹੜੇ ਨੇ ਸਰਵਣ ਕਰ ਚੁੱਕੇ ਹਾਂ। ਅੱਜ ਦਾ ਜੋ ਪਾਵਨ ਸ਼ਬਦ ਹੈ, ਇਹ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹੈ। ਕਿਉਂਕਿ ਜਿੰਨੀ ਵੀ ਬਾਣੀ ਸਤਿਗੁਰਾਂ ਨੇ ਉਚਾਰੀ ਹੈ, ਦਸਾਂ ਪਾਤਸ਼ਾਹੀਆਂ ਤੱਕ ਭਗਤਾਂ ਨੇ, ਭੱਟਾਂ ਨੇ, ਗੁਰਸਿੱਖਾਂ ਨੇ ਕਿਸੇ ਦੇ ਪਰਥਾਏ ਉਚਾਰੀ ਹੈ, ਸਮਝਾਇਆ ਹੈ। ਜਿੰਨੀ ਵੀ ਬਾਣੀ ਹੈ, ਇੱਕ ਤਾਂ ਆਪਾਂ ਨੂੰ ਗੁਰਬਾਣੀ ਦੀ ਸਮਝ ਪੈ ਰਹੀ ਹੈ, ਅਤੇ ਦੂਸਰੀ ਸਾਨੂੰ ਪਤਾ ਲੱਗ ਰਿਹਾ ਹੈ ਕਿੱਥੇ ਕਿੱਥੇ ਸਤਿਗੁਰਾਂ ਨੇ ਬਾਣੀ ਕਿਹੜਾ ਕਿਹੜਾ ਸ਼ਬਦ ਕਦੋਂ ਕਦੋਂ ਉਚਾਰਿਆ। ਨਾਲੇ ਇੱਕ ਸਾਨੂੰ ਜੀਵਨ ਦੀ ਜਾਚ ਆ ਰਹੀ ਹੈ। ਹੌਲੀ ਹੌਲੀ ਅਸੀਂ ਇਹ ਜਿਹੜਾ ਜੀਵਨ ਹੈ ਕਿਸ ਤਰ੍ਹਾਂ ਜੀਣਾ ਹੈ। ਕਿਉਂਕਿ ਜਿਨ੍ਹਾਂ ਨੇ ਵੀ ਸਤਿਗੁਰਾਂ ਨੂੰ ਜਿੰਨੇ ਵੀ ਮਿਲਦੇ ਰਹੇ, ਉਹਨਾਂ ਨੇ ਪ੍ਰਸ਼ਨ ਕੀਤੇ, ਆਪਣੇ ਦੁੱਖ ਸੁੱਖ ਸਾਂਝੇ ਕੀਤੇ, ਅਤੇ ਸਤਿਗੁਰੂ ਜੀ ਉੱਤਰ ਦਿੰਦੇ ਸਨ, ਸਮਝਾਉਂਦੇ ਸਨ। ਉਹ ਹੀ ਅੱਜ ਦਾ ਜੋ ਪਾਵਨ ਸ਼ਬਦ ਹੈ, ਇਹ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨੀਐ, ਸੁਣਿਐ ਸਾ ਲੋਣੇ। ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਛਤਿ ਅੰਮ੍ਰਿਤ ਭਾਉ ਏਕ, ਜਾਕੋ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ। ਮਨ ਮਹਿ ਚਲਹਿ ਵਿਕਾਰ। ਇਹ ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਦੋਂ ਉਚਾਰਨ ਕੀਤਾ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਯਾਤਰਾ ਕਰਦੇ ਹੋਏ, ਦੁਨੀਆ ਦੀ ਕਲਿਆਣ ਕਰਦੇ ਹੋਏ 12 ਸਾਲਾਂ ਬਾਅਦ, ਜਦੋਂ ਜੋ ਸਤਿਗੁਰੂ ਦਾ ਜਨਮ ਸਥਾਨ ਹੈ ਨਨਕਾਣਾ ਸਾਹਿਬ, ਰਾਏ ਭੋਏ ਦੀ ਤਲਵੰਡੀ, ਜਦੋਂ ਸਤਿਗੁਰੂ ਜੀ ਉੱਥੇ ਵਾਪਸ ਆਏ, ਭਾਈ ਬਾਲਾ ਜੀ ਅਤੇ ਨਾਲ ਭਾਈ ਮਰਦਾਨਾ ਜੀ, ਕਹਿੰਦੇ ਇਸ ਤਰ੍ਹਾਂ ਜਦੋਂ ਵਾਪਸ ਆਏ ਤੇ ਭਾਈ ਬਾਲਾ ਜੀ ਦੇ ਪਿਤਾ ਦਾ ਚੰਦਰਭਾਨ ਉਹਨਾਂ ਦਾ ਨਾਮ, ਤੇ ਕਹਿੰਦੇ ਉਹਨਾਂ ਦੇ ਖੂਹ ਤੇ ਸਤਿਗੁਰੂ ਜੀ ਆਣ ਕੇ ਪਿੰਡ ਤੋਂ ਬਾਹਰ ਹੀ ਬੈਠ ਗਏ।
ਉਹਨਾਂ ਦੇ ਖੇਤਾਂ ਵਿੱਚ, ਉੱਥੇ ਖੇਤ ਦੇ ਕੋਲ ਖੂਹ ਸੀ, ਉੱਥੇ ਆਣ ਕੇ ਸਤਿਗੁਰੂ ਜੀ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਨਾਲ ਆਣ ਕੇ ਬੈਠ ਗਏ। ਕੁਛ ਚਿਰ ਬੈਠੇ ਰਹੇ। ਭਾਈ ਬਾਲਾ ਜੀ ਕਹਿੰਦੇ, ਸਤਿਗੁਰੂ ਜੀ ਕਿਰਪਾ ਕਰੋ, ਆਗਿਆ ਦਿਓ, ਬੜਾ ਚਿਰ ਹੋ ਗਿਆ ਹੈ, ਮੈਂ ਘਰੇ ਜਾ ਕੇ ਸਾਕ ਸੰਬੰਧੀਆਂ ਨੂੰ, ਪੁੱਤਰਾਂ ਨੂੰ ਮਿਲ ਆਵਾਂ। ਜਦੋਂ ਭਾਈ ਮਰਦਾਨਾ ਜੀ ਤੁਰਨ ਲੱਗੇ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸਾਡਾ ਦੱਸਿਓ ਨਾ ਕਿਸੇ ਨੂੰ ਵੀ, ਮੇਰੇ ਘਰਦਿਆਂ ਨੂੰ ਨਾ ਦੱਸਿਓ ਕਿ ਇੱਥੇ ਨਾਨਕ ਆਇਆ ਹੈ। ਕਹਿੰਦੇ ਇਸ ਤਰ੍ਹਾਂ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਆਗਿਆ ਲੈ ਕੇ ਚਲੇ ਗਏ। ਜਦੋਂ ਭਾਈ ਮਰਦਾਨਾ ਜੀ ਘਰ ਦੇ ਕੋਲੋਂ ਲੰਘਣ ਲੱਗੇ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਾਤਾ ਨੇ ਦੇਖ ਲਿਆ ਕਿ ਲੱਗਦਾ ਗੁਰੂ ਨਾਨਕ ਜੀ ਆ ਗਏ ਨੇ। ਕਹਿੰਦੇ ਮਾਤਾ ਜੀ ਨੇ ਆਵਾਜ਼ ਮਾਰੀ ਅਤੇ ਪੁੱਛਿਆ, ਬਾਲੇ ਨਾਨਕ ਕਿੱਥੇ ਹੈ? ਬੜਾ ਚਿਰ ਹੋ ਗਿਆ, ਆ ਗਿਆ ਹੈ? ਤੇ ਭਾਈ ਬਾਲਾ ਜੀ ਕੁਛ ਨਾ ਬੋਲੇ, ਚੁੱਪ ਖਲੋਤੇ ਰਹੇ, ਕਿਉਂਕਿ ਸਤਿਗੁਰਾਂ ਦਾ ਬਚਨ ਸੀ ਕਿ ਕੁਛ ਨਹੀਂ ਦੱਸਣਾ ਜਾ ਕੇ। ਤੇ ਕਹਿੰਦੇ ਚੁੱਪ ਕਰਕੇ ਹਾਲ ਚਾਲ ਦੱਸ ਕੇ ਚਲੇ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਨਾਂ ਦੱਸਿਆ। ਕਹਿੰਦੇ ਜਦੋਂ ਭਾਈ ਮਰਦਾਨਾ ਜੀ ਆਪਣੇ ਪੁੱਤਰਾਂ ਨੂੰ, ਸਾਕ ਸੰਬੰਧੀਆਂ ਨੂੰ ਮਿਲ ਕੇ ਵਾਪਸ ਸਤਿਗੁਰਾਂ ਕੋਲੇ ਜਾਣ ਲੱਗੇ, ਮਾਤਾ ਤ੍ਰਿਪਤਾ ਤੇ ਪਿਤਾ ਕਲਿਆਣ ਚੰਦ ਜੀ ਨੇ ਕਿਹਾ ਕਿ ਇਹਨੇ ਆਪਾਂ ਨੂੰ ਕੁਝ ਦੱਸਿਆ ਨਹੀਂ ਹੈ, ਇਹ ਹੁਣ ਚੱਲਿਆ ਤੇ ਨਾਨਕ ਦੇ ਕੋਲ ਹੀ ਚੱਲਿਆ ਤੇ ਜਾ ਕੇ ਇਹਦੇ ਆਪਾਂ ਮਗਰ ਚੱਲਦੇ ਹਾਂ, ਕਿੱਥੇ ਨੇ? ਕਹਿੰਦੇ ਇਸੇ ਤਰ੍ਹਾਂ ਮਾਤਾ ਤ੍ਰਿਪਤਾ ਜੀ ਨੇ ਕੁਛ ਪਕਵਾਨ ਬਣਾਏ ਕਿ ਪੁੱਤਰ ਬੜੇ ਚਿਰਾਂ ਬਾਅਦ ਮੁੜਿਆ ਹੈ। ਕੁਛ ਮਿੱਠੇ, ਕੁਛ ਸਲੋਣੇ ਤਿਆਰ ਕਰਕੇ ਸਤਿਗੁਰਾਂ ਨੂੰ ਛਕਾਉਣ ਵਾਸਤੇ ਬਣਾਏ ਅਤੇ ਪਿਤਾ ਜੀ ਨਾਲ ਚੱਲੇ ਨੇ ਘੋੜੀ 'ਤੇ ਚੜ੍ਹ ਕੇ, ਉਹ ਵੀ ਜਾ ਰਹੇ ਨੇ। ਕਹਿੰਦੇ ਇਸ ਤਰ੍ਹਾਂ ਦੋਵੇਂ ਮਾਤਾ ਪਿਤਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਦੇ ਜਿਹੜੇ ਪਿਤਾ ਜੀ ਚੰਦਰਭਾਨ ਨੇ, ਉਹਨਾਂ ਦੇ ਖੂਹ 'ਤੇ ਜਾ ਕੇ ਮਿਲਦੇ ਨੇ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਠ ਕੇ ਦੇਖਿਆ ਕਿ ਮਾਤਾ ਪਿਤਾ ਤੇ ਭਾਈ ਮਰਦਾਨਾ ਜੀ ਆ ਰਹੇ ਨੇ। ਕਹਿੰਦੇ ਮਾਤਾ ਪਿਤਾ ਨੂੰ ਦੇਖ ਕੇ ਧੰਨ ਗੁਰੂ ਨਾਨਕ ਦੇਵ ਜੀ ਖੜੇ ਹੋ ਗਏ, ਨਮਸਕਾਰ ਕੀਤੀ, ਮਿਲੇ, ਹਾਲ ਚਾਲ ਪੁੱਛਿਆ। ਉਸ ਤੋਂ ਬਾਅਦ ਮਾਤਾ ਜੀ ਨੇ ਕਿਹਾ ਕਿ ਤੁਸੀਂ ਬੜੇ ਚਿਰਾਂ ਬਾਅਦ ਆਏ ਹੋ, ਆ ਪ੍ਰਸ਼ਾਦਾ ਪਾਣੀ ਛਕੋ, ਤੁਹਾਡੇ ਵਾਸਤੇ ਮਠਿਆਨ ਦੇ ਪ੍ਰਸ਼ਾਦ ਸਲੋਣੇ ਬਣਾ ਕੇ ਲਿਆਂਦੇ ਨੇ। ਤਾਂ ਸਤਿਗੁਰੂ ਜੀ ਇਹ ਸ਼ਬਦ ਇਹ ਉਦੋਂ ਉਚਾਰਿਆ, ਫਿਰ ਹੁਣ ਮਾਤਾ ਜੀ ਨੂੰ ਕਹਿ ਰਹੇ ਨੇ। ਕਹਿੰਦੇ ਸਭ ਰਸ ਮਿੱਠੇ ਮੰਨਿਆ, ਸੁਣਿਆ ਸਾ ਲੋਣੇ। ਕਹਿ ਰਹੇ ਨੇ ਕਿ ਮਾਤਾ ਜੀ ਪਰਮੇਸ਼ਰ ਦਾ ਨਾਮ ਮੰਨਣਾ ਹੀ ਸਾਰੇ ਮਿੱਠੇ ਰਸ ਨੇ, ਕਿਉਂਕਿ ਉਹ ਅਕਾਲ ਪੁਰਖ ਸੀ, ਨਾ ਉਹਨਾਂ ਨੂੰ ਭੁੱਖ ਸੀ, ਨਾ ਉਹਨਾਂ ਨੂੰ ਪਿਆਸ ਸੀ। ਭਾਵ ਕਿ ਇਹ ਸ਼ਬਦ ਦੇ ਪ੍ਰਥਾਏ ਆਪਾਂ ਨੂੰ ਸਮਝਾਉਣਾ ਕੀਤਾ ਹੈ। ਸਤਿਗੁਰਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਖਾਣਾ ਹੀ ਕੁਛ ਨਹੀਂ, ਕਿਉਂਕਿ ਸਰੀਰ ਨੂੰ ਚੱਲਣ ਵਾਸਤੇ ਖੁਰਾਕ ਜ਼ਰੂਰ ਹੈ, ਪਰ ਖਾਣਾ ਉਹ ਹੈ ਸਤਿਗੁਰਾਂ ਨੇ ਇਹਦੇ ਵਿੱਚ ਦੱਸਿਆ ਜਿਹੜਾ ਭਾਵ ਕਿ ਸਰੀਰ ਨੂੰ ਭਾ ਜਾਵੇ। ਉਹ ਖਾਣੇ ਨਹੀਂ ਖਾਣੇ ਜਿਹਦੇ ਨਾਲ ਅੰਦਰ ਵਿਕਾਰ ਚੱਲਣ। ਤਾਂ ਸਤਿਗੁਰੂ ਜੀ ਕਹਿੰਦੇ ਸਭ ਰਸ ਮਿੱਠੇ ਮੰਨਿਆ, ਸੁਣਿਆ ਸਾ ਲੋਣੇ। ਕਿ ਮਾਤਾ ਜੀ ਜਿੰਨੇ ਵੀ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਮੰਨਦਾ ਹੈ, ਸੁਣਦਾ ਹੈ, ਭਾਵ ਕਿ ਸਾਡੇ ਵਾਸਤੇ ਇਹੋ ਹੀ ਮਿੱਠੇ ਰਸ ਨੇ। ਅਸੀਂ ਨਾਮ ਨੂੰ ਹੀ ਮੰਨਣਾ ਕੀਤਾ ਹੈ, ਨਾਮ ਹੀ ਸਾਡੇ ਵਾਸਤੇ ਮਿੱਠੇ ਰਸ ਨੇ। ਸੁਣਿਆ ਸਾ ਲੋਣੇ। ਕਹਿੰਦੇ ਇਸੇ ਤਰ੍ਹਾਂ ਨਾਮ ਨੂੰ ਸਰਵਣ ਕਰਨਾ, ਸੁਣਨਾ। ਕਹਿੰਦੇ ਸਲੋਣੇ ਨਮਕੀਨ ਵਾਲਾ ਭੋਜਨ ਹੈ ਸਾਡੇ ਵਾਸਤੇ, ਨਾਮ ਸੁਣਨਾ। ਸਾਲੋਣੇ ਨਮਕੀਨ ਵਾਲਾ ਭੋਜਨ, ਇਹ ਸਾਡੇ ਵਾਸਤੇ ਇਹੋ ਹੀ ਹੈ। ਫਿਰ ਸਤਿਗੁਰਾਂ ਨੇ ਜਦੋਂ ਸਮਝਾਇਆ, ਖਟ ਕਰਮ 6 ਕਰਮ ਕਹਿੰਦੇ ਨੇ ਜਿਵੇਂ ਕਰਨੇ, ਕਹਿੰਦੇ ਇਹੋ ਹੀ ਸਾਡੇ ਵਾਸਤੇ ਪਰਮੇਸ਼ਰ ਦਾ ਨਾਮ ਹੀ ਜਪਣਾ ਸਭ ਤੋਂ ਮਿੱਠੇ ਰਸ ਨੇ।
ਤੇ ਸਲੋਣੇ ਜਿਹੜੇ ਸਰਵਣ ਕਰਨਾ ਸੁਣਨਾ ਇਹੋ ਹੀ ਸਾਡੇ ਵਾਸਤੇ ਹੈ। ਅਗਲੇ ਪਾਸੇ ਸਤਿਗੁਰੂ ਜੀ ਕਹਿੰਦੇ ਖਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, ਕਿ ਮਾਤਾ ਜੀ ਜੋ ਪਰਮੇਸ਼ਰ ਦਾ ਜਸ ਹੈ ਮੁਖੋਂ ਬੋਲਣਾ, ਕਹਿੰਦੇ ਉਚਾਰਨ ਕਰਨਾ ਉਹੋ ਹੀ ਸਾਡੇ ਵਾਸਤੇ ਖਟ ਤੁਰਸੀ ਕਹਿੰਦੇ ਨੇ ਖੱਟੇ ਭੋਜਨ, ਖੱਟਾ ਮਿੱਠਾ ਲੂਣਾ ਸਾਰਾ ਕੁਝ ਮਾਤਾ ਜੀ ਬਣਾ ਕੇ ਲਾਏ ਸਨ ਵੱਖਰਾ ਵੱਖਰਾ। ਕਹਿੰਦੇ 6 ਚੀਜ਼ਾਂ ਦੇ ਨਾਲ ਤੇ ਖੱਟਾ ਭੋਜਨ ਬਣਦਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰਕੇ ਤੇ 36 ਪ੍ਰਕਾਰ ਦੇ ਭੋਜਨ ਬਣਦੇ ਨੇ। ਹਰੇਕ ਚੀਜ਼ ਦੇ ਵਿੱਚ ਜੇ ਆਪਾਂ ਇੱਕ ਚੀਜ਼ ਬਣਾਉਣੇ ਹਾਂ, ਮੰਨ ਲਓ ਦਾਲ ਬਣਾਉਣੇ ਹਾਂ, ਉਸ ਦਾਲ ਦੇ ਵਿੱਚ ਪਾਣੀ ਵੀ ਪੈਂਦਾ ਹੈ, ਮਿਰਚਾਂ ਪੈਂਦੀਆਂ ਨੇ, ਲੂਣ ਪੈਂਦਾ, ਹਲਦੀ ਪੈਂਦੀ, ਮਸਾਲਾ ਪੈਂਦਾ, ਕਿੰਨੀਆਂ ਚੀਜ਼ਾਂ ਉਹਨਾਂ ਨੂੰ ਗਿਣਿਆ ਜਾਵੇ 36 ਪ੍ਰਕਾਰ ਦਾ ਭੋਜਨ ਉਹ ਹੋ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਜਦੋਂ ਬਣਾ ਕੇ ਲਿਆਏ ਤੇ ਮਾਤਾ ਜੀ ਕਹਿ ਰਹੇ ਨੇ ਕਿ ਚਲੋ ਤੁਸੀਂ ਇਹ ਲੂਣਾ ਨਹੀਂ ਖਾਣਾ, ਮਿੱਠਾ ਨਹੀਂ ਖਾਣਾ, ਤਾਂ ਮੈਂ ਖੱਟਾ ਮਿੱਠਾ ਲੈ ਕੇ ਆਈ ਹਾਂ, ਇਹ ਖਟਿਆਈ ਵਾਲਾ ਇਹ ਬੜਾ ਸਵਾਦ ਹੈ, ਇਹ ਖਾ ਲਓ ਥੋੜ੍ਹਾ ਜਿਹਾ। ਫਿਰ ਸਤਿਗੁਰੂ ਜੀ ਕਹਿੰਦੇ ਖਟ ਤੁਰਸੀ ਮੁਖ ਬੋਲਣਾ। ਪਹਿਲਾਂ ਗੱਲ ਕੀਤੀ ਨਾਮ ਨੂੰ ਜਪਣ ਦੀ, ਦੂਸਰੀ ਗੱਲ ਕੀਤੀ ਹੈ ਸਰਵਣ ਕਰਨ ਦੀ ਕਿ ਸੁਣਨਾ ਹੀ ਸਾਡੇ ਵਾਸਤੇ ਸਲੂਣਾ ਹੈ। ਹੁਣ ਤੀਸਰੀ ਗੱਲ ਕਰਨੇ ਜੀ ਮਾਤਾ ਜੀ ਕਹਿ ਰਹੇ ਨੇ ਕਿ ਚਲੋ ਥੋੜ੍ਹਾ ਜਿਹਾ ਖੱਟਾ ਹੀ ਖਾ ਲਓ, ਤਾਂ ਸਤਿਗੁਰੂ ਜੀ ਕਹਿੰਦੇ ਖਟ ਤੁਰਸੀ ਮੁਖ ਬੋਲਣਾ, ਕਹਿੰਦੇ ਮੁਖ 'ਚੋਂ ਬੋਲਣਾ ਉਚਾਰਨਾ ਉਸ ਪ੍ਰਮਾਤਮਾ ਦਾ ਨਾਮ ਇਹੋ ਹੀ ਸਾਡੇ ਵਾਸਤੇ ਖੱਟਾ ਭੋਜਨ ਹੈ। ਮਾਰਨ ਨਾਦ ਕੀਏ, ਮਾਰਨ ਕਹਿੰਦੇ ਨੇ ਜਿਵੇਂ ਮਾਤਾ ਜੀ ਤੁਸੀਂ ਇਹਨਾਂ ਦਾਲਾਂ ਸਬਜ਼ੀਆਂ ਦੇ ਵਿੱਚ ਦਹੀਂ ਦੇ ਵਿੱਚ ਮਸਾਲਾ ਹੋਰ ਐਰਾ ਵਗੈਰਾ ਚੀਜ਼ਾਂ ਪਾਈਆਂ ਨੇ, ਕਹਿੰਦੇ ਮਾਰਨ ਕਹਿੰਦੇ ਨੇ ਮਸਾਲਿਆਂ ਨੂੰ, ਕਿ ਇੱਕ ਮਾਰਨਾ ਹੋ ਜਾਂਦਾ ਹੈ। ਇੱਥੇ ਅਰਥ ਹੈ ਸਤਿਗੁਰਾਂ ਨੇ ਮਾਰਨ ਮਸਾਲਿਆਂ ਨੂੰ ਕਹਿ ਕੇ ਤੁਸੀਂ ਮਸਾਲਿਆਂ ਵਾਲੇ ਭੋਜਨ ਲੈ ਕੇ ਆਏ ਹੋ। ਮਾਰਨ ਨਾਦ ਕੀਏ, ਕਹਿੰਦੇ ਜਿਹੜੇ ਨਾਦ ਸ਼ਬਦ ਕੀਰਤਨ ਕਰਨਾ ਹੈ, ਜਿਹੜਾ ਅਸੀਂ ਕੀਰਤਨ ਕਰ ਰਹੇ ਹਾਂ ਪ੍ਰਮਾਤਮਾ ਦਾ, ਇਹੋ ਹੀ ਸਾਡੇ ਵਾਸਤੇ ਖੱਟਾ ਮਸਾਲਿਆਂ ਵਾਲਾ ਭੋਜਨ ਇਹੋ ਹੀ ਸਾਡੇ ਵਾਸਤੇ ਹੈ। ਕਿਉਂਕਿ ਸ਼ਬਦਾਂ ਵਿੱਚ ਅਨੇਕ ਪ੍ਰਕਾਰ ਦੇ ਜਦੋਂ ਕੀਰਤਨ ਕੀਤਾ ਜਾਂਦਾ ਹੈ, ਕੀਰਤਨ ਕਰਨ ਦੇ ਵਿੱਚ ਅਨੇਕ ਪ੍ਰਕਾਰ ਦੇ ਰਾਗ ਅਲਾਪੇ ਜਾਂਦੇ ਨੇ, ਰਾਗ ਦੇ ਵਿੱਚ ਰੀਤ ਦੇ ਵਿੱਚ ਵੱਖਰੇ ਵੱਖਰੇ, ਜਿਸ ਤਰ੍ਹਾਂ ਇੱਕ ਸਬਜ਼ੀ ਬਣਦੀ ਹੈ ਉਹਦੇ ਵਿੱਚ ਕਈ ਪਦਾਰਥ ਪੈਂਦੇ ਨੇ, ਇਸੇ ਤਰ੍ਹਾਂ ਕਹਿੰਦੇ ਜਿਹੜਾ ਨਾਦ ਹੈ ਮਾਰਨ ਨਾਦ ਇਹੋ ਹੀ ਸਾਡੇ ਵਾਸਤੇ ਵਿੱਚ ਮਸਾਲੇ ਪਾਉਣੇ, ਖੱਟੇ ਭੋਜਨ ਸਲੂਣੇ ਭੋਜਨ ਇਹੋ ਹੀ ਸਾਡੇ ਵਾਸਤੇ ਹੈ। ਕੀਰਤਨ ਕਰਨਾ ਉਸ ਪਰਮਾਤਮਾ ਦਾ ਨਾਮ ਜਪਣਾ, ਨਾਮ ਦੇ ਵਿੱਚ ਹੀ ਸਾਨੂੰ ਬਹੁਤ ਵੱਡਾ ਰਸ ਆਉਂਦਾ ਹੈ। ਕਿਉਂਕਿ ਇੱਕ ਨਾਮ ਐਸੀ ਚੀਜ਼ ਹੈ, ਜੇ ਕਹਿੰਦੇ ਸਤਿਗੁਰੂ ਜੀ ਕਹਿੰਦੇ ਜੇ ਮਨੁੱਖ ਅਭਿਆਸ ਕਰੇ ਰੋਜ਼ ਪੱਕਾ ਅਭਿਆਸ ਕਰੇ, ਜਾਂ ਮੂਲ ਮੰਤਰ ਦਾ ਜਾਂ ਗੁਰਮੰਤਰ ਦਾ, ਕਹਿੰਦੇ 2 ਮਹੀਨੇ ਲਗਾਤਾਰ ਅਭਿਆਸ ਰੋਜ਼ ਦਾ 2-2.5 ਘੰਟੇ ਲਾ ਕੇ ਕਰੇ, ਤੇ ਉਹਦੇ ਮੂੰਹ ਦੇ ਵਿੱਚੋਂ ਮਠਿਆਸ ਆਉਣ ਲੱਗ ਪੈਂਦੀ ਹੈ ਆਪਣੇ ਆਪ। ਜਿਵੇਂ ਖੰਡ ਕੋਈ ਖਾ ਰਿਹਾ ਹੋਵੇ ਜਾਂ ਕੋਈ ਗੁੜ ਖਾਧਾ ਹੋਵੇ, ਇੱਦਾਂ ਮਿੱਠਾ ਲੱਗਦਾ ਹੈ, ਕਹਿੰਦੇ ਉਹਦੇ ਮੂੰਹ ਦੇ ਵਿੱਚੋਂ 24 ਘੰਟੇ ਮਠਿਆਸ ਆਉਣ ਲੱਗ ਜਾਂਦੀ ਹੈ। ਉਹ ਫਿਰ ਵੇਖਦਾ ਹੈ ਕਿ ਇਹ ਮਠਿਆਸ ਕਿੱਥੋਂ ਆ ਰਹੀ, ਮੈਂ ਮਿੱਠਾ ਤਾਂ ਕੋਈ ਖਾਧਾ ਨਹੀਂ ਹੈ ਪਰ ਮਠਿਆਸ ਆ ਰਹੀ ਹੈ। ਕਹਿੰਦੇ ਐਸੀ ਕਿਰਪਾ ਜਿਹੜੀ ਅੰਮ੍ਰਿਤ ਰੂਪੀ ਜਿਹੜੀ ਇਹ ਮਠਿਆਸ ਅੰਦਰੋਂ ਆਉਣੀ ਸ਼ੁਰੂ ਹੋ ਜਾਂਦੀ ਹੈ। ਤਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਕੀਰਤਨ ਕਰਨਾ ਹੀ ਸਾਡੇ ਵਾਸਤੇ ਸਭ ਕੁਝ ਹੈ, ਸਵਾਦ ਹੈ, ਸਾਨੂੰ ਉਹਦੇ ਵਿੱਚੋਂ ਹੀ ਆਨੰਦ ਤੇ ਸਵਾਦ ਆ ਰਿਹਾ ਹੈ। 36 ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ, ਕਹਿੰਦੇ ਕਿ ਹੇ ਮਾਤਾ ਜੀ ਜਿਹੜੇ ਤੁਸੀਂ 36 ਪ੍ਰਕਾਰ ਦੇ ਭੋਜਨ ਲੈ ਕੇ ਆਏ ਹੋ ਕਿ ਆਹ ਖਾ ਲਓ ਆਹ ਖਾ ਲਓ, ਸਾਡੇ ਵਾਸਤੇ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਹੀ ਭਾਵ ਤੇ ਪ੍ਰੇਮ ਹੈ। ਭਾਵ ਕਿ ਸਾਡੇ ਵਾਸਤੇ ਇਹੋ ਹੀ ਪਿਆਰ ਹੈ, ਇਹੋ ਹੀ 36 ਪ੍ਰਕਾਰ ਦੇ ਭੋਜਨ ਸਾਡਾ ਨਾਮ ਹੀ ਹੈ। ਜਾ ਕੋ ਨਦਰ ਕਰੇ, ਜਿਸ ਤੇ ਵਾਹਿਗੁਰੂ ਨਜ਼ਰ ਕਰ ਦੇਵੇ, ਭਾਵ ਕਿ 36 ਪ੍ਰਕਾਰ ਦੇ ਭੋਜਨ ਉੱਥੇ ਨਹੀਂ ਪਹੁੰਚ ਸਕਦੇ ਜਿੱਥੇ ਨਾਮ ਪਹੁੰਚਦਾ ਹੈ, ਜਿੱਥੇ ਨਾਮ ਇਹ ਲੈ ਕੇ ਜਾਂਦਾ ਹੈ, ਸੁਰਤ ਨੂੰ ਲੈ ਕੇ ਜਾਂਦਾ ਹੈ।
ਸਾਡੇ ਵਾਸਤੇ ਇਹੋ ਹੀ ਸਭ ਕੁਝ ਹੈ। ਕਹਿੰਦੇ ਮਾਤਾ ਨੂੰ ਸਮਝਾਉਣ ਤੋਂ ਬਾਅਦ ਹੁਣ ਪਿਤਾ ਜੀ ਪੁੱਛ ਰਹੇ ਨੇ ਕਿ 12-13 ਸਾਲਾਂ ਬਾਅਦ ਵਾਪਸ ਮੁੜੇ ਨੇ, ਤੇ ਹੁਣ ਪਿਤਾ ਜੀ ਕਹਿ ਰਹੇ ਨੇ ਕਿ ਤੁਹਾਡੀ ਮਾਤਾ ਨੇ ਇੰਨੇ ਪਿਆਰ ਨਾਲ ਤੁਹਾਡੇ ਲਈ ਭੋਜਨ ਤਿਆਰ ਕੀਤਾ ਹੈ, ਫਿਰ ਤੁਸੀਂ ਖਾਂਦੇ ਕਿਉਂ ਨਹੀਂ? ਤੁਸੀਂ ਇਹ ਗੱਲਾਂ ਦੇ ਵਿੱਚ ਸਾਨੂੰ ਲਿਜਾ ਕੇ ਰੱਖ ਰਹੇ ਹੋ, ਪਰ ਤੁਸੀਂ ਖਾ ਨਹੀਂ ਰਹੇ, ਕੀ ਗੱਲ ਹੈ? ਤਦ ਫਿਰ ਪਿਤਾ ਜੀ ਨੂੰ ਕਹਿ ਰਹੇ, ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਕਿਉਂਕਿ ਆਪਾਂ ਭੋਜਨ ਜਦੋਂ ਖਾਂਦੇ ਹਾਂ ਜੇ ਤਾਂ ਹਿਸਾਬ ਦਾ ਖਾਈਏ ਫਿਰ ਤਾਂ ਠੀਕ ਹੈ, ਜ਼ਿਆਦਾ ਖਾ ਲਈਏ ਤਾਂ ਬੰਦਾ ਤਾਂ ਵੀ ਪਰੇਸ਼ਾਨ ਹੁੰਦਾ ਹੈ। ਇਹਦੇ ਵਿੱਚ ਹੋਰ ਵੀ ਅਰਥ ਕੀਤੇ ਨੇ, ਕਹਿੰਦੇ ਜਿਵੇਂ ਮਾਸ ਖਾਣਾ, ਹੋਰ ਚੀਜ਼ਾਂ ਖਾਣੀਆਂ, ਅਤੇ ਸਤਿਗੁਰੂ ਜੀ ਕਹਿੰਦੇ ਇਹਦੇ ਨਾਲ ਵੀ ਪੀੜਾ ਹੁੰਦੀ ਹੈ ਸਰੀਰ ਦੇ ਨਾਲ, ਇਹਦੇ ਨਾਲ ਵੀ ਵਿਕਾਰ ਚੱਲਦੇ ਨੇ। ਤਾਂ ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਨਾਲ ਸਵਾਦ ਲੈਣਾ, ਜ਼ਿਆਦਾ ਖਾਣਾ, ਮਨ ਜਿਹੜਾ ਹੈ ਤਨ ਪੀੜ ਹੋ ਜਾਂਦਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਕਹਿੰਦੇ ਖੁਆਰ ਹੀ ਹੁੰਦਾ ਹੈ, ਮਨੁੱਖ ਦੁਖੀ ਹੁੰਦਾ ਹੈ। ਜ਼ਿਆਦਾ ਖਾਣ ਦੇ ਨਾਲ ਬਿਮਾਰੀਆਂ ਲੱਗਦੀਆਂ ਨੇ। ਸਤਿਗੁਰੂ ਜੀ ਕਹਿੰਦੇ ਜਿਤ ਖਾਧੈ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਕਹਿੰਦੇ ਜਿਹੜੇ ਖਾਣਾ ਜ਼ਿਆਦਾ ਖਾਣ ਦੇ ਨਾਲ, ਇਹਨਾਂ ਨੂੰ ਖਾਣ ਦੇ ਨਾਲ ਇੱਕ ਤਨ ਦੁਖੀ ਹੁੰਦਾ ਹੈ, ਬਿਮਾਰੀਆਂ ਲੱਗਦੀਆਂ ਨੇ, ਅਤੇ ਦੂਸਰਾ ਮਨ ਦੇ ਵਿੱਚ ਜ਼ਿਆਦਾ ਵਿਕਾਰ ਚੱਲਦੇ ਨੇ। ਕਿਉਂਕਿ ਆਪਾਂ ਜਦੋਂ ਜ਼ਿਆਦਾ ਖਾਈਏ ਤਾਂ ਵੀ ਮਨ ਜਿਹੜਾ ਹੈ ਕੰਟਰੋਲ ਦੇ ਵਿੱਚ ਨਹੀਂ ਆਉਂਦਾ। ਕਿਉਂਕਿ ਜੇ ਇਸ ਚੀਜ਼ ਨੂੰ ਦੇਖਿਆ ਜਾਵੇ, ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਕਿਉਂ ਬੱਧੀ ਖਾਲਸੇ ਵਾਸਤੇ? ਇੱਕ ਮਰਿਆਦਾ ਬੱਧੀ ਹੈ ਉਹਨਾਂ ਨੇ ਕਿ ਸਰਬਲੋਹ ਦੇ ਭਾਂਡੇ ਦੇ ਵਿੱਚ ਖਾਣਾ, ਅੰਮ੍ਰਿਤ ਛਕਣਾ। ਕਿਉਂਕਿ ਹੁਣ ਤਾਂ ਸਮਾਂ ਹੀ ਕਲਯੁਗ ਦਾ ਇੰਨਾ ਭਿਆਨਕ ਚੱਲ ਗਿਆ ਹੈ, ਇਹਦੇ ਤੋਂ ਕੋਈ ਬਚਦਾ ਹੈ ਜਿਹਦੇ 'ਤੇ ਰੱਬ ਦੀ ਕਿਰਪਾ ਹੋ ਜਾਵੇ, ਨਹੀਂ ਤਾਂ ਸਾਰੇ ਹੀ ਇਸ ਦੇ ਵਿੱਚ ਰਗੜੇ ਜਾ ਰਹੇ ਨੇ। ਕਿਉਂਕਿ ਉਹਨਾਂ ਨੇ ਮਰਿਆਦਾ ਬੱਧੀ ਸੀ ਕਿ ਜੇ ਗੁਰੂ ਕਾ ਖਾਲਸਾ ਜਿਹੜਾ ਜਾਂ ਕੋਈ ਪਰਿਵਾਰ ਹੈ ਜਦੋਂ ਅੰਮ੍ਰਿਤ ਛਕ ਲੈਂਦਾ ਸੀ, ਕਿਸੇ ਤੰਬਾਕੂ ਵਾਲੇ ਦੇ ਹੱਥ ਦੇ ਤੋਂ ਕੋਈ ਚੀਜ਼ ਲੈ ਕੇ ਨਹੀਂ ਖਾਣੀ, ਕਿਉਂਕਿ ਇਹਦੇ ਨਾਲ ਜਿਹੜੇ ਅੰਦਰ ਵਿਕਾਰ ਚੱਲਦੇ ਨੇ। ਕੋਈ ਕਿਸੇ ਦਾ ਨਹੀਂ ਖਾਣਾ ਹੱਥ ਵਿੱਚ ਲੈ ਕੇ, ਅੰਮ੍ਰਿਤਧਾਰੀ ਪਰਿਵਾਰ ਹੈ ਉਹਦੇ ਘਰੋਂ ਛਕਣਾ। ਜਿਵੇਂ ਆਮ ਦੇ ਘਰੋਂ ਛਕੋਗੇ ਉਹ ਜਿਹੜਾ ਤੁਹਾਡੇ 'ਤੇ ਭਾਰ ਪਏਗਾ, ਨਾਮ ਦੇ ਵਿੱਚ ਸੁਰਤ ਨਹੀਂ ਲੱਗਣੀ। ਜਿਵੇਂ ਆਪਾਂ ਭਗਤ ਰਵਿਦਾਸ ਜੀ ਦੇ ਇਤਿਹਾਸ ਪੜ੍ਹਦੇ ਹਾਂ ਕਿ ਇੱਕੇ ਘਰ ਦੇ ਵਿੱਚੋਂ ਰਾਜੇ ਨੇ ਪਾਪ ਕੀਤਾ ਸੀ, ਅਤੇ ਇੱਕੇ ਘਰ ਦੇ ਵਿੱਚੋਂ ਰਾਸ਼ਨ ਲੈ ਕੇ ਚਲੇ ਗਏ, ਅਤੇ ਉਹਨਾਂ ਨੂੰ ਜਨਮ ਬਦਲਣਾ ਪਿਆ, ਨੀਵੀਂ ਜਾਤ ਦੇ ਵਿੱਚ ਉਹਨਾਂ ਨੂੰ ਜਨਮ ਲੈਣਾ ਪਿਆ। ਉਹ ਭਾਵ ਕਿ ਕਿਉਂ ਕਿ ਜਦੋਂ ਲੈ ਕੇ ਗਏ ਅਤੇ ਜਿਹੜੇ ਉਹ ਰਿਸ਼ੀ ਜਿਹੜੇ ਮਹਾਂਪੁਰਖ ਭਗਤੀ ਕਰਦੇ ਸਨ, ਜਦੋਂ ਉਹਨਾਂ ਨੇ ਛਕ ਲਿਆ ਉਹਨਾਂ ਦੀ ਸੁਰਤ ਨਹੀਂ ਲੱਗਦੀ ਸੀ। ਜਿਹੜਾ ਰੋਜ਼ ਨਾਮ ਜਪਦੇ ਸੀ ਉਹਨਾਂ ਦੀ ਸੁਰਤ ਲੱਗਣੋਂ ਹਟ ਗਈ ਕਿ ਇਹ ਕਿੱਥੋਂ, ਉਹਨਾਂ ਨੇ ਪੁੱਛਿਆ ਭੋਜਨ ਕਿੱਥੋਂ ਲੈ ਕੇ ਆਇਆ ਹੈ? ਇੱਕ ਤਾਂ ਚੁਲੀ ਇਕੱਠਾ ਕਰਕੇ ਖਾਣਾ, ਇੱਕ ਘਰ ਦੇ ਵਿੱਚੋਂ ਲੈ ਕੇ ਖਾ ਲਿਆ, ਅਤੇ ਕਹਿੰਦੇ ਸਾਡੀ ਸੁਰਤ ਨਹੀਂ ਲੱਗ ਰਹੀ, ਕਿੱਥੋਂ ਲੈ ਕੇ ਆਇਆ ਹੈ? ਅਤੇ ਉਹਨਾਂ ਦੱਸਿਆ ਕਿ ਮੈਂ ਫਲਾਣੇ ਕੋਲੋਂ, ਤਾਂ ਕਰਕੇ ਉਹਨਾਂ ਨੂੰ ਗੁੱਸੇ ਦੇ ਵਿੱਚ ਸਰਾਪ ਦੇ ਦਿੱਤਾ। ਇਹ ਇਤਿਹਾਸ ਬਣਿਆ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ, ਕਿਉਂਕਿ 10ਵੇਂ ਪਾਤਸ਼ਾਹ ਜੀ ਨੇ ਮਰਿਆਦਾ ਬੱਧੀ ਹੈ। ਜਦੋਂ ਆਪਾਂ ਕੋਈ ਵੀ ਸਿਮਰਨ ਕਰੀਏ, ਮੰਨ ਲਓ 1.25 ਮਹੀਨਾ, ਇਹ ਕਿਹਾ ਜਾਂਦਾ ਹੈ ਕਿ ਜੇ ਤੂੰ 1.25 ਮਹੀਨਾ ਫਲ ਲੈਣਾ ਇਸ ਚੀਜ਼ ਦਾ, 40 ਦਿਨ ਪਾਠ ਕਰਕੇ, 45 ਦਿਨ ਪਾਠ ਕਰਕੇ, ਜਾਂ 2 ਮਹੀਨੇ ਫਲ ਲੈਣਾ ਹੈ। ਕੋਈ ਆਪਾਂ ਕਾਰਜ ਕਰਾਉਣਾ ਹੋਵੇ ਗੁਰੂ ਕੋਲੋਂ ਕਿ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ। ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਮਰਿਆਦਾ ਦੇ ਵਿੱਚ ਕਿ ਜਦੋਂ ਤੂੰ ਨਾਮ ਜਪਣਾ ਹੈ ਜਾਂ ਮੂਲ ਮੰਤਰ ਦਾ 1.25 ਮਹੀਨਾ ਜਾਪ ਕਰਨਾ ਹੈ, ਇੱਕ ਤੂੰ ਆਪਣੀ ਮਰਿਆਦਾ ਰੱਖਣੀ ਹੈ, ਕਿਸੇ ਦਾ ਹੱਥ ਦਾ ਖਾਣਾ ਨਹੀਂ, ਕਿਉਂਕਿ ਤੂੰ ਆਪਣਾ ਆਪ ਬਣਾ ਕੇ ਖਾਣਾ ਜਾਂ ਘਰੇ ਬੈਠ ਕੇ ਖਾਣਾ ਹੈ 1.25 ਮਹੀਨਾ। ਉਹਦਾ ਫਿਰ ਫਲ ਜਿਹੜਾ ਮਿਲਦਾ ਹੈ, ਬਹੁਤ ਵੱਡੀ ਸ਼ਕਤੀ ਮਿਲਦੀ ਹੈ। ਕਿਉਂਕਿ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਫਲ ਤਾਂ ਨਹੀਂ ਮਿਲ ਰਹੇ, ਆਪਾਂ ਜਿੰਨਾ ਮਰਜ਼ੀ ਕਰ ਰਹੇ ਹਾਂ ਪਿੱਛੇ ਨੂੰ ਜਾ ਰਹੇ। ਜਿੰਨੀ ਜ਼ਿਆਦਾ ਬਾਣੀ ਪੜ੍ਹਦੇ ਉਨੇ ਜ਼ਿਆਦਾ ਵਿਕਾਰ ਅੰਦਰ ਚੱਲਦੇ ਨੇ, ਕੰਮ ਉੱਥੇ ਦਾ ਉੱਥੇ ਹੀ। ਕਿਉਂ ਆਹ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਪਿਤਾ ਦੇ ਪ੍ਰਥਾਏ, ਮਾਤਾ ਦੇ ਪ੍ਰਥਾਏ ਤਾਂ ਸਮਝਾ ਰਹੇ ਨੇ। ਜੇ ਫਲ ਲੈਣਾ ਹੈ ਤੇ ਇਹਨਾਂ ਚੀਜ਼ਾਂ ਨੂੰ ਛੱਡਣਾ ਪੈਂਦਾ ਹੈ। ਪਰ ਸੰਸਾਰ ਦੇ ਵਿੱਚ ਰਹਿ ਰਹੇ ਹਾਂ,
ये छड्डिया किवें जावे सारिਆਂ ਨੂੰ। ਤਾਂ सतगुरु जी कहते कुछ ना कुछ अपना घटा के ते रब वाले तुर ते रब तुहाडी बांह फड़ेगा। इत्थे तां सतगुरु जी कहते जित खाधा तन पीड़िए, कहते ज़्यादा खाण दे नाल इहदे नाल मन दे विच भाव कि एक तां पीड़ा दुख लगदा है, मन मह चले विकार कि मन दे विच कई तरह के विकार चलते जदों आपां इधर उधर सारा कुछ खा लैने हाँ तां सतगुरु जी कहते विकार चलते ने। अगले पासे रहाऊ दी तुक विच कहते रत्ता पहनण मन रत्ता सफेदी सत दान, कहते साडा तां जिहड़ा मन है वो तां रत्ता रंगिया गया है नाम दे नाल। मन रत्ता रत्ता मन रत्ता रत्ता पहनण ते कहते कि जिहड़ा लाल पोशाकां तुसीं लैके आए हो ते पिता जी कहते जिहड़ी माता जी तुहाडे वास्ते हुण जे प्रशादा नहीं छक रहे पोशाकां लैके आए ने, चोला लैके आए ने, आ बस्तर लैके आए एडे सोहणे, क्योंकि वो पटवारी सी, एडे वड्डे घर दे मालक सी, उन्हां कोले सब कुछ सीगा, हीरे जवाहरत बस्तर सोहणे सोहणे। सतगुरु धन गुरु नानक देव सच्चे पातशाह जी का सिर्फ खद्दर का एक चोला पाउंदे सी ते वो कहंदे इहनूं लाओ तुसीं, साडी बेइज्जती होएगी इत्थे कि मुंडा लड़का किस तरह रह रहा है, अपने कोले सब कुछ है तो तुसीं यह बस्तर पाओ। तां सतगुरु जी कहंदे जे तुसीं जिहड़ा लाल रंग दे लैके आए हो बस्तर, ये सच रूपी साडे कोले हैगा है, असीं सच रूपी बस्तर पाया होया है, नाम भी साडे कोले है, नाम दे नाल रंगिया होया है ते सच रूपी साडे कोल बस्तर हैगा है। सफेदी सत दान, इस करके सत जिहड़ा उपदेश है, जिहड़ा दान रूपी इहो ही साडी पोशाक है। असीं सारिਆਂ ਨੂੰ नाम ਦਾ दान कर रहे हैं, इहो ही साडे वास्ते सब तो वड्डी पोशाक है। ਇਹਦੇ ਵਿੱਚ ਤਾਂ सतगुरां ने हरेक कली कली चीज़ समझाई है। कहते नीली स्याही कदा करनी पहरन पैर ध्यान, जो भाव कि मन विचों पापां दी स्याही है, नीली स्याही कहते ने कालख नूं, काली जिहड़ी स्याही है नीली पोशाक है, कहते जिहड़े कालख रूपी जिहड़ी अंदर पाप ने इकट्ठे होए, इहो ही साडे वास्ते भाव कि उन्होंने नाश करना ते कटना, इहो ही साडे वास्ते सदा करनी, साडे वास्ते इहो ही नीली पोशाक है। सतगुरु जी कहते पहरन पैर ध्यान, क्योंकि असी अकाल पुरख के चरणों के विच कहते ध्यान लाया, तुसीं कहते पा लो पहन लो, कहते पहनना ही साडे उस वाहिगुरु के चरणों विच जिहड़ा ध्यान लाउणा, इहो ही साडे वास्ते पहनना है। इस करके इहो ही साडे वास्ते सब तो वड्डे कपड़े ते पोशाक ने। फिर सतगुरु जी कहते जिहड़ा तुसीं कहते कि चलो आ कमर कस्सा ला लो, कमर कस्से लैके आए हैं बनाए ने हजूरीए, ते सतगुरु जी कहते कर्म बंद संतोख का, कहते सानू संतोख का कमर कस्सा लगा होया है। जिवें मान लो कमर कस्सा लगा है कि कहना कि लक सीधा रवे, नूं कस के रखो, किसी बन्ने जावे ना, जां कहना किसी नूं बन्निया है नूं बन के रखो। कहते जिहड़ा संतोख रूपी साडा जिहड़ा लालच है अंदरों खत्म हो गया है, असी मन नूं कंट्रोल किया होया है, साडे वास्ते इहो संतोख रूपी जिहड़ा कमर कस्सा है। कर्म बंद संतोख का धन जोबन तेरा नाम, जिहड़ा तुसीं धन दा दौलत की गल करदे हो, इहो ही साडे वास्ते सब तो वड्डा नाम ही है। नाम की दौलत साडे कोल इकट्ठी हुई है, इहो है सब साडे कोल। तां फिर सतगुरु जी कहते पिता जी बाबा होर पहनण खुशी खुवार। हुण इत्थे कपड़ियां दी गल करदे, आपां सादे कपड़े पाए होण लोग घट देखते ने, चमकीले ज़्यादा कपड़े पाए होण, ज़्यादा वधिया पाए होण तो दुनिया ज़्यादा देखती है, अद्धे नंग कपड़े पाए होण तो दुनिया ज़्यादा वेखदी है। तां सतगुरु जी कहते जिहड़े कपड़े तुसीं चमकीले ते इस तरह दे लैके आए हो, कहते होर पहनण खुशी खुवार, कि भाव कि कुछ चिर वास्ते खुशी होवेगी पर फिर मनुख दुखी दा दुखी ही रहिंदा है, इनू ये पहनण दे विच भी कोई खुशी नहीं आउंदी। तां सतगुरु जी कहते जित पैदा तन पीड़ीऐ
मन मह चलह विकार। ਇਹ ਗੱਲਾਂ ਕਲਯੁਗ ਦੇ ਵਿੱਚ ਜਿਹੜੀਆਂ ਹੋਣੀਆਂ ਸੀ ਤੇ ਪਿਤਾ ਦੇ ਪ੍ਰਥਾਏ ਮਾਤਾ ਦੇ ਪ੍ਰਥਾਏ ਸਤਿਗੁਰਾਂ ਨੇ ਇਸ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ ਹੈ। ਕਹਿੰਦੇ ਜਿਤ ਪੈਦਾ ਤਨ ਪੀੜੀਏ, ਵੇਖਿਆ ਨਾ ਕਈ ਵਾਰ ਕਿਸੇ ਨੇ ਪੀੜੇ ਕੱਪੜੇ ਪਾਏ ਹੁੰਦੇ ਨੇ ਤੇ ਪਰ ਉਹ ਤੰਗ ਹੋ ਰਿਹਾ ਹੈ ਪਰ ਦੁਨੀਆ ਨੂੰ ਦਿਖਾ ਰਿਹਾ ਹੈ। ਮਨ ਮਹਿ ਚਲਹਿ ਵਿਕਾਰ, ਕਿਉਂਕਿ ਇਹੋ ਜਿਹੇ ਕੱਪੜੇ ਪਾਏ ਹੁੰਦੇ ਨੇ ਜਦੋਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਤੇ ਕਹਿੰਦੇ ਉਹਨਾਂ ਨੂੰ ਵੇਖ ਵੇਖ ਕੇ ਵਿਕਾਰ ਦੁਨੀਆ ਦੇ ਚੱਲਦੇ ਨੇ। ਤਾਂ ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਕੱਪੜਿਆਂ ਤੋਂ ਕੀ ਲੈਣਾ ਅਸੀਂ ਪਾ ਕੇ, ਜਿਹਦੇ ਨਾਲ ਇੱਕ ਤਨ ਪੀੜਤ ਹੋਵੇ ਦੁਖੀ ਹੋਈਏ, ਦੂਸਰੇ ਵਿਕਾਰ ਚੱਲਣ ਤੇ ਰੱਬ ਦੇ ਨਾਮ ਤੋਂ ਵਿਸਰ ਜਾਈਏ। ਤਾਂ ਸਤਿਗੁਰੂ ਜੀ ਕਹਿ ਰਹੇ ਨੇ, ਸਮਝਾ ਰਹੇ ਨੇ। ਤੇ ਕਹਿੰਦੇ ਅਗਲੇ ਪਾਸੇ ਫਿਰ ਪਿਤਾ ਜੀ ਕਹਿੰਦੇ ਚਲੋ ਠੀਕ ਹੈ, ਮੰਨ ਲਿਆ ਤੁਸੀਂ ਆ ਘੋੜੇ ਰੱਖ ਲਓ, ਆਪਣੇ ਕੋਲ ਘੋੜੇ ਨੇ ਤੇ ਇਸ ਘੋੜੇ ਦੀ ਸਵਾਰੀ ਕਰਕੇ ਘਰੇ ਚੱਲੋ। ਤਾਂ ਸਤਿਗੁਰੂ ਜੀ ਕਹਿੰਦੇ ਘੋੜੇ ਪਾਖਰ ਸੋਇਨੇ ਸਾਖਤ, ਹੇ ਪਿਤਾ ਜੀ ਜਿਹੜੇ ਘੋੜੇ ਦੀ ਭਾਵ ਕੀ ਪਾਖਰ ਤੁਸੀਂ ਸਵਾਰੀ ਕਹਿ ਰਹੇ ਹੋ ਕਰ ਲਓ। ਘੋੜੇ ਦੇ ਉੱਤੇ ਜਿਹੜੀ ਕਾਠੀ ਪਾਈ ਹੋਈ ਹੈ ਕਿ ਉੱਤੇ ਚੜ੍ਹ ਕੇ ਚਲੇ ਜਾਓ। ਤਾਂ ਸਤਿਗੁਰੂ ਜੀ ਕਹਿੰਦੇ ਬੂਝਣ ਤੇਰੀ ਵਾਟ। ਕਹਿੰਦੇ ਇਸੇ ਤਰ੍ਹਾਂ ਜਦੋਂ ਫਿਰ ਸਤਿਗੁਰੂ ਜੀ ਦੇ ਘੋੜੇ 'ਤੇ ਚੜ੍ਹੇ ਤੇ ਕਹਿੰਦੇ ਘੋੜੇ 'ਤੇ ਚੜ੍ਹਨ ਦੇ ਨਾਲ ਤਾਂ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ। ਕੋਈ ਵੀ ਆਪਣੇ ਕੋਲੇ ਧਨ ਦੌਲਤ ਹੋਵੇ, ਵੱਡੀ ਚੀਜ਼ ਹੋਵੇ, ਮਾਣ ਆ ਜਾਂਦਾ ਹੈ ਕਿ ਮੇਰੇ ਕੋਲੇ ਆਹ ਚੀਜ਼ ਹੈ। ਤਾਂ ਸਤਿਗੁਰੂ ਜੀ ਕਹਿੰਦੇ ਮੈਂ ਘੋੜੇ 'ਤੇ ਚੜ੍ਹ ਕੇ ਕਰਨਾ, ਜੇ ਚੜ੍ਹ ਗਿਆ ਤੇ ਇਹਦੇ ਮੇਰੇ 'ਚ ਮਾਣ ਆ ਜਾਏਗਾ ਕਿ ਇਹਦੇ ਕੋਲੇ ਬਹੁਤ ਕੁਛ ਹੈ, ਬਹੁਤ ਕੁਛ ਹੈ। ਤੇ ਤਾਂ ਸਤਿਗੁਰੂ ਜੀ ਕਹਿੰਦੇ ਮੈਂ ਘੋੜੇ 'ਤੇ ਵੀ ਨਹੀਂ ਚੜ੍ਹਨਾ, ਮੈਂ ਪੈਦਲ ਹੀ ਠੀਕ ਹਾਂ। ਕਿ ਮੈਂ ਆਪਣੇ ਮਨ ਨੂੰ ਕੰਟਰੋਲ ਰੱਖਣਾ, ਇਹਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ। ਜੇ ਘੋੜੇ 'ਤੇ ਚੜ੍ਹ ਗਿਆ ਤੇ ਮਾਣ ਆ ਜਾਏਗਾ ਕਿ ਫਲਾਣੀ ਚੀਜ਼ ਮੈਨੂੰ ਮਿਲ ਗਈ ਹੈ, ਮੈਂ ਸਭ ਤੋਂ ਵੱਡਾ ਹਾਂ। ਤਾਂ ਸਤਿਗੁਰੂ ਜੀ ਕਹਿੰਦੇ ਘੋੜੇ ਪਾਖਰ ਸੋਇਨੇ ਬੂਝਣ ਤੇਰੀ ਵਾਟ। ਤਾਂ ਕਹਿੰਦੇ ਕਿ ਜਿਹੜੇ ਘੋੜੇ ਰੂਪੀ ਕਾਠੀ ਪਾਈ ਹੋਈ ਹੈ ਤੇ ਭਾਵ ਕਿ ਬੂਝਣ ਤੇਰੀ ਵਾਟ, ਜਿਹੜੀ ਘੋੜੇ ਦੇ ਮਗਰ ਪੂਛ ਨੂੰ ਦੁਮੱਚੀ ਪਾਈ ਹੁੰਦੀ ਹੈ, ਲੰਮੀ ਰੱਸੀ ਪਾਈ ਹੁੰਦੀ ਹੈ ਕਿ ਜਿਹੜਾ ਘੋੜਾ ਪੂਛ ਨਾ ਮਾਰੇ। ਕਹਿੰਦੇ ਉਹ ਵੀ ਭਾਵ ਕਿ ਸਾਡੇ ਵਾਸਤੇ ਨਾਮ ਹੀ ਹੈ ਸਭ ਕੁਛ। ਤਾਂ ਕਰਕੇ ਅਸੀਂ ਭਗਤੀ ਰੂਪ ਜਿਹੜਾ ਘੋੜਾ ਹੈ ਸਾਡੇ ਕੋਲੇ, ਅਸੀਂ ਉਹਦੇ 'ਤੇ ਬੈਠ ਕੇ ਭਗਤੀ ਕਰ ਰਹੇ ਹਾਂ, ਇਹੋ ਹੀ ਸਾਡੇ ਵਾਸਤੇ ਘੋੜਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਤਸ ਕਰ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ। ਤਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਭੱਥਾ ਹੈ ਤੁਸੀਂ ਕਹਿੰਦੇ ਤੀਰ ਰੱਖੋ, ਆਹ ਚੀਜ਼ਾਂ ਰੱਖੋ, ਨਾਲ ਘੋੜਾ ਲਓ, ਆਪਾਂ ਛਤਰੀ ਹਾਂ। ਤਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਤਸ ਤਰਕਸ ਹੈ ਭੱਥਾ ਜਿਹੜਾ ਹੈ ਸਾਡੇ ਕੋਲੇ ਪ੍ਰੇਮ ਰੂਪੀ ਭੱਥਾ ਹੈ, ਜਿਹਦੇ ਵਿੱਚ ਤੀਰ ਪਾਏ ਜਾਂਦੇ ਨੇ। ਮਗਰ ਦੇਖਿਆ ਨਾ ਜਿਨ੍ਹਾਂ ਕੋਲੇ ਤੀਰ ਹੁੰਦੇ ਨੇ ਭੱਥੇ ਦੇ ਵਿੱਚ ਮਗਰ ਪਾਏ ਹੁੰਦੇ ਨੇ, ਕਹਿੰਦੇ ਪ੍ਰੇਮ ਰੂਪੀ ਸਾਡੇ ਕੋਲੇ ਭੱਥਾ ਹੈ। ਕਮਾਨ ਸਾਂਗ, ਕਹਿੰਦੇ ਇਸੇ ਤਰ੍ਹਾਂ ਜਿਹੜੀ ਕਮਾਨ ਹੈ ਜਿਹੜਾ ਜਿਹਦੇ 'ਤੇ ਤੀਰ ਚੜ੍ਹਾ ਕੇ ਮਾਰਿਆ ਜਾਂਦਾ ਹੈ ਉਹ ਕਮਾਨ। ਕਹਿੰਦੇ ਧਨੁਸ਼ ਹੈ ਉਹ ਸਾਡੇ ਕੋਲੇ ਸ਼ਾਂਤੀ ਹੈ, ਸਾਡੇ ਕੋਲੇ ਧਨੁਸ਼ ਰੂਪੀ ਸਾਡੇ ਕੋਲੇ ਸ਼ਾਂਤੀ ਹੈ। ਤੇਗ ਬੰਦ ਗੁਣ ਧਾਤ। ਤਾਂ ਸਤਿਗੁਰੂ ਜੀ ਕਹਿੰਦੇ ਜਿਹੜੀ ਤੇਗ ਜਿਹੜੀ ਹੈ ਤਲਵਾਰ ਹੈ ਜਿਹੜੀ ਬੰਨੀ ਹੈ ਕਮਰ ਕਸੇ ਵਿੱਚ ਕੀਤੀ ਹੋਈ ਹੈ, ਇਹ ਸਾਡੇ ਕੋਲੇ ਗੁਣ ਨੇ। ਅਸੀਂ ਗੁਣ ਧਾਰਨ ਕੀਤੇ ਹੋਏ। ਕਿਹੜੇ ਗੁਣ? ਸਾਨੂੰ ਕਾਮ ਬਾਰੇ ਵੀ ਪਤਾ ਹੈ, ਕ੍ਰੋਧ ਬਾਰੇ ਵੀ ਪਤਾ ਹੈ, ਲੋਭ ਬਾਰੇ ਵੀ ਪਤਾ ਹੈ, ਮੋਹ ਬਾਰੇ ਵੀ ਪਤਾ ਹੈ। ਇਹਨਾਂ ਚੀਜ਼ਾਂ ਦਾ ਗਿਆਨ ਹੈ ਤਾਂ ਅਸੀਂ ਨਾਮ ਜਪ ਰਹੇ ਤੇ ਭਗਤੀ ਕਰ ਰਹੇ ਹਾਂ ਕਿ ਮਾੜੀਆਂ ਚੀਜ਼ਾਂ ਬੰਦੇ ਨੂੰ ਨਹੀਂ ਛੱਡਦੀਆਂ। ਇਹ ਸਾਡੇ ਕੋਲੇ ਜਿਹੜੇ ਚੰਗੇ ਗੁਣ ਜਿਹੜੇ ਇਕੱਤਰ ਕੀਤੇ ਹੋਏ ਨੇ। ਤਾਂ ਸਤਿਗੁਰੂ ਜੀ ਕਹਿੰਦੇ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ। ਭਾਵ ਕਿ ਜਿਹੜਾ ਸਤਿਨਾਮ ਵਾਹਿਗੁਰੂ ਦਾ ਇਹ ਵਾਜਾ ਹੈ ਸਾਡੇ ਕੋਲੇ, ਅਸੀਂ ਸਦਾ ਹੀ ਉਹਦਾ ਵਜਾ ਰਹੇ ਹਾਂ, ਉਹਨੂੰ ਗਾ ਰਹੇ ਹਾਂ। ਤਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਨਿਸ਼ਚੇ ਕਰਕੇ ਜਿਹੜਾ ਨੇਜਾ ਹੈ ਵਰਸ਼ਾ ਹੈ ਸਾਡੇ ਕੋਲੇ, ਵਰਸ਼ਾ ਜਿਹੜਾ ਪਕੜਿਆ ਹੋਇਆ ਹੈ ਪਰਮੇਸ਼ਰ ਦੀ ਪ੍ਰਾਪਤੀ ਹੋਣਾ ਹੀ ਸਾਡੇ ਕੋਲੇ ਇਹ ਵਰਸ਼ਾ ਹੈ ਸਭ ਤੋਂ ਵੱਡਾ। ਤਾਂ ਕਹਿੰਦੇ ਕਿ ਜਿਹੜਾ ਪ੍ਰਗਟ ਜਿਹੜਾ ਮਸ਼ਹੂਰ ਹੋਣਾ ਹੈ, ਕਹਿੰਦੇ ਸਤਿਗੁਰੂ ਦੇ ਉਸ ਪਰਮਾਤਮਾ ਦੇ ਸਨਮੁਖ ਹੋ ਕੇ ਅਸੀਂ ਬੇਨਤੀ ਕਰਦੇ ਹਾਂ, ਇਹੋ ਹੀ ਸਾਡੇ ਵਾਸਤੇ ਮਸ਼ਹੂਰ ਹੋਣਾ ਹੈ। ਕਰਮ ਤੇਰਾ ਮੇਰੀ ਜਾਤ,
क्योंकि मेरे कर्म जिस तरह के मैं बीज रहा हाँ, मेरी जाति है जो इहो ही भाव कि मेरी जात कर्म जिद्दां दा मैं बीज रहा हाँ, तो इहो ही साडी बख्शिश है। कोई कर्म माड़ा बीजदा है, कोई चंगा बीजदा है। तो सतगुरु जी कहते कर्म तेरा मेरी जात, परमेश्वर की किरपा दे नाल मैनूं ये बख्शिश, मेरे जिहड़े चंगे कर्म बीज रहा है इहो ही मेरी जात है। आपां तुसीं कह रहे हो पिता जी छतरी हो, पर मेरी जात तां कर्म ने जिहड़े मैं कर्म बीज रहा, क्योंकि कर्मां करके ही मनुख की जात बनती है। जदों पिछे पुरातन समय दे विच देखीए, कोई ब्राह्मण, कोई शूदर, कोई वैस, कोई छतरी, ये क्यों नाम पाए गए? कहते उन्होंने कर्मां करके नाम पै गए कि आ छतरी है, पढ़ाउण वाला है, उन्होंने छतरी कह, जिहड़ा छतरी सीगा वो भाव कि शिकार खेडने उन्होंने छतरी कह देना कि ये युद्ध करता है, छतरी है। जे कोई पढ़ाउण वाला उन्होंने ब्राह्मण कह देना, जिहड़ा शूदर है भाव कि सफाइयां करदा उन्होंने शूदर कह देना, जिहड़ा नालियां साफ करदा उन्होंने वैश कह देना। कहते बंदे तां मानस की जात सबै एक है पहचान वो, मनुख तां सारे इक्को ने, इक्को जा शरीर है, वह मास पंजां तत्तां दा सारियां दा बनिया है। तां सतगुरु जी कहते कर्मां करके नाम पैंदा जिहो जे मनुख माड़े कर्म करदा है। जे कोई होवे राजा छतरी होवे माड़े कर्म करदा होवे ते वो कहते शूदरां नूं भी चंडाल है, शूदरां नूं भी भैड़ा है, उहदी काहदी जात है। तां सतगुरु जी कहते जिहड़ी कर्म तेरा मेरी जात, असल जात मेरी ओह है जिहड़े मैं कर्म शुद्ध कर्म कर रहा, लोकां नूं नाम जपा रहा, इहो ही मेरी जात है। बाबा होर चढ़ना खुशी खुवार, ਇਹਦੇ ਤੇ ਚੜ੍ਹਨਾ, ਇਹ ਪਦਾਰਥਾਂ ਦਾ ਹੰਕਾਰ ਕਰਨਾ, ਕਹਿੰਦੇ ਦੁਖੀ ਹੀ ਹੋਣਾ, ਖੁਆਰ ਹੀ ਹੋਣਾ ਹੈ। ਕਿਉਂਕਿ ਇਹ ਚੀਜ਼ ਹੀ ਐਸੀ ਹੈ, ਕੁਛ ਚਿਰ ਮਨੁੱਖ ਦਾ ਮਨ ਖੁਸ਼ ਰਹਿੰਦਾ ਹੈ, ਮੇਰੇ ਕੋਲ ਫਲਾਣੀਆਂ ਚੀਜ਼ਾਂ ਨੇ, ਉਹ ਫਿਰ ਦੁਖੀ ਦਾ ਦੁਖੀ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਇਹਦੇ ਨਾਲ ਕਦੇ ਸੁੱਖ ਨਹੀਂ ਮਿਲਦਾ। ਜਿਤ ਚੜ੍ਹਿਆ ਤਨ ਪੀੜੀਐ ਮਨ ਮਹਿ ਚਲੈ ਵਿਕਾਰ, ਕਹਿੰਦੇ ਮਨ ਦੇ ਵਿੱਚ ਫਿਰ ਵਿਕਾਰ ਚੱਲਦੇ ਨੇ। ਜਿੰਨਾ ਚਿਰ ਭਾਵ ਕਿ ਇਹਦੇ ਤੇ ਚੜਾਂਗੇ ਮਨ ਦੇ ਵਿੱਚ ਵਿਕਾਰ, ਤਨ ਵੀ ਪੀੜ, ਤਨ ਵੀ ਦੁਖੀ ਰਹਿੰਦਾ ਹੈ। ਕਹਿੰਦੇ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ, ਕਿ ਭਾਵ ਕਿ ਘਰ ਦੇ ਵਿੱਚ ਜਿਹੜਾ ਨਾਮ ਰੂਪੀ ਜਿਹੜਾ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਤੇ ਕਹਿੰਦੇ ਉਹਦੀ ਨਦਰ ਹੋ ਜਾਂਦੀ ਹੈ, ਇਹੋ ਹੀ ਸਭ ਤੋਂ ਵੱਡੀ ਖੁਸ਼ੀ ਹੈ। ਤਾਂ ਅਗਲੇ ਪਾਸੇ ਸਤਿਗੁਰੂ ਜੀ ਕਹਿੰਦੇ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ, ਕਹਿੰਦੇ ਕਿ ਜਿਹੜਾ ਹੁਕਮ ਪਰਮਾਤਮਾ ਨੂੰ ਭਾਉਂਦਾ ਹੈ ਉਹ ਹੀ ਚੰਗਾ ਹੈ ਤੇ ਉਹ ਹੀ ਕਰਮ ਕਰਨਾ ਚਾਹੀਦਾ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ। ਹੋਰ ਆਖਣ ਬਹੁਤ ਅਪਾਰ, ਕਿ ਭਾਵ ਕੀ ਹੋਰ ਤਾਂ ਹੰਕਾਰ ਦੇ ਵਿੱਚ ਸਭ ਕੁਛ ਹੈ, ਹੋਰ ਤਾਂ ਬਹੁਤ ਕੁਛ ਆਖਣ ਨੂੰ ਹੈ, ਪਰ ਜਿਹੜਾ ਹੁਕਮ ਦੇ ਵਿੱਚ ਰਹਿਣਾ ਇਹੋ ਹੀ ਸਭ ਤੋਂ ਵੱਡੀ ਰਹਿਤ, ਇਹੋ ਹੀ ਸੱਤ ਹੈ। ਨਾਨਕ ਸੱਚਾ ਪਾਤਸ਼ਾਹੂ ਪੂਛ ਨਾ ਕਰੇ ਵਿਚਾਰ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਦੁਨੀਆ ਦਾ ਜਿਹੜਾ ਸੱਚਾ ਪਾਤਸ਼ਾਹ ਆਪ ਅਕਾਲ ਪੁਰਖ ਵਾਹਿਗੁਰੂ ਹੈ ਤੇ ਬਾਕੀ ਸਭ ਝੂਠੇ ਨੇ। ਪੂਛ ਨਾ ਕਰੇ ਵਿਚਾਰ, ਕਿਉਂਕਿ ਉਸ ਅਕਾਲ ਪੁਰਖ ਨੂੰ ਪੁੱਛ ਕੇ ਕੋਈ ਵੀ ਆਪਣੇ ਮਨ ਦੇ ਵਿੱਚ ਵਿਚਾਰ ਨਹੀਂ ਕਰਦਾ, ਸਾਰੇ ਮਾਇਆ ਦੇ ਵਿੱਚ ਸੁੱਤੇ ਹੋਏ ਨੇ। ਕਹਿੰਦੇ ਬਾਬਾ ਹੋਰ ਸੌਣਾ ਖੁਸ਼ੀ ਖੁਵਾਰ, ਜਿਤ ਸੁੱਤੈ ਤਨ ਪੀੜੀਐ ਮਨ ਮਹਿ ਚਲੇ ਵਿਕਾਰ। ਹੁਣ ਕਹਿੰਦੇ ਜ਼ਿਆਦਾ ਸੌਣਾ ਵੀ ਸਤਿਗੁਰੂ ਜੀ ਕਹਿੰਦੇ, ਤੇ ਹੁਣ ਪਿਤਾ ਜੀ ਕਹਿ ਰਹੇ ਨੇ ਚਲੋ ਠੀਕ ਹੈ ਇਹ ਚੀਜ਼ਾਂ ਨਹੀਂ ਲੈਣੀਆਂ, ਬੜਾ ਚਿਰ ਹੋ ਗਿਆ ਤੁਸੀਂ ਯਾਤਰਾ ਕਰਕੇ ਆਏ ਹੋ ਤੇ ਆਰਾਮ ਕਰ ਲਓ ਤੇ ਕੁਛ ਚਿਰ ਘਰੇ ਰਹੋ। ਕਹਿੰਦੇ ਪਿਤਾ ਜੀ ਅਸੀਂ ਨੇ ਆਰਾਮ ਨਹੀਂ ਕਰਨਾ, ਜ਼ਿਆਦਾ ਸੌਣਾ ਵੀ ਵਿਕਾਰ ਚੱਲਦੇ ਨੇ। ਆਪਾਂ ਕਈ ਵਾਰਾਂ ਜ਼ਿਆਦੀ ਨੀਂਦ ਆਵੇ ਤੇ ਸੁਪਨੇ ਜ਼ਿਆਦੇ ਆਉਣ ਲੱਗ ਜਾਂਦੇ ਨੇ। ਕਈ ਵਾਰ ਆਪਾਂ ਜਦੋਂ ਅੰਮ੍ਰਿਤ ਵੇਲੇ ਰਾਤ ਨੂੰ ਜਾਗੀ ਆਪਣੀ ਜਾਗ ਖੁੱਲ੍ਹ ਜਾਂਦੀ ਹੈ, ਕਈ ਵਾਰ ਆਪਾਂ ਫੇਰ ਸੌਂ ਜਾਂਦੇ ਹਾਂ। ਉਹਦੇ ਵਿੱਚ ਇਹ ਹੁੰਦਾ ਹੈ ਕਿ ਨੀਂਦ ਜਿਹੜੀ ਪੂਰੀ ਹੋ ਗਈ ਹੈ, ਹੁਣ ਜਿਹੜਾ ਗਾਂਹ ਸੌਣਾ ਹੈ ਉਹ ਜ਼ਿਆਦਾ ਸੌਣਾ ਹੋ ਜਾਂਦਾ, ਜਿਹਦੇ ਨਾਲ ਫਿਰ ਅੰਦਰ ਕਈ ਤਰ੍ਹਾਂ ਦੇ ਸੁਪਨੇ, ਕਈ ਤਰ੍ਹਾਂ ਦੇ ਵਿਕਾਰ। ਤਾਂ ਸਤਿਗੁਰੂ ਜੀ ਕਹਿੰਦੇ ਬਾਬਾ ਹੋਰ ਸੌਣਾ ਖੁਸ਼ੀ ਖੁਵਾਰ, ਜ਼ਿਆਦਾ ਸੌਣਾ ਤੇ ਕਹਿੰਦੇ ਖਰਾਬ ਹੀ ਦੁਖੀ ਹੀ ਹੋਣ ਵਾਲੀ ਗੱਲ ਹੈ।
ਜਿਤ ਸੁੱਤੈ ਤਨ ਪੀੜੀਐ ਮਨ ਮਹਿ ਚਲੇ ਵਿਕਾਰ। ਕਹਿੰਦੇ ਮਨ ਦੇ ਵਿੱਚ ਵਿਕਾਰ ਹੀ ਚੱਲਦੇ ਜ਼ਿਆਦਾ ਸੌਣ ਦੇ ਨਾਲ ਹੀ। ਤਾਂ ਸਤਿਗੁਰਾਂ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੈਨੂੰ ਅੰਮ੍ਰਿਤ ਵੇਲਾ ਦਿੱਤਾ ਹੈ ਜਾਗਣ ਵਾਸਤੇ। ਇਹ ਜਿਹੜਾ ਤੇਰਾ ਜਨਮ ਹੋਇਆ ਇਹ ਵੀ ਅੰਮ੍ਰਿਤ ਵੇਲਾ ਹੈ, ਇਸ ਨੂੰ ਸਾਂਭਣਾ ਕਰ। ਪਿਤਾ ਦੇ ਪ੍ਰਥਾਏ ਤੇ ਮਾਤਾ ਦੇ ਪ੍ਰਥਾਏ ਸ਼ਬਦ ਦੇ ਵਿੱਚ ਸਾਨੂੰ ਸਮਝਾਇਆ, ਸਾਡੇ ਤੇ ਕਿਰਪਾ ਕੀਤੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵਹੁ ਹਰਿ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਇ